Welcome to Apical Biology. Today we will start with management of natural resources ਜਿਹੜਾ ਕਿ ਸਾਡਾ 10th ਕਲਾਸ ਦਾ ਟੌਪਿਕ ਹੈ। ਇਹਦੇ ਵਿੱਚ ਅਸੀਂ ਦੇਖਾਂਗੇ ਕਿ ਜਿੰਨੇ ਵੀ ਸਾਡੇ ਨੈਚੁਰਲ ਰਿਸੋਰਸ ਆ ਉਹਨਾਂ ਦੀ ਅਸੀਂ ਸਸਟੇਨੇਬਲ ਯੂਜ਼ ਜਿਹੜੀ ਆ ਉਹ ਕਿਵੇਂ ਕਰ ਸਕਦੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਕਿ ਰਿਸੋਰਸ ਹੁੰਦਾ ਕੀ ਚੀਜ਼ ਹੈ। ਕੋਈ ਵੀ ਉਹ ਚੀਜ਼ ਜਿਹੜੀ ਸਾਡੇ ਲਈ ਹੈਲਪਫੁਲ ਆ, ਕਿਸੇ ਵੀ ਤਰ੍ਹਾਂ ਸਾਡੀ ਮਦਦ ਕਰਦੀ ਆ, ਉਹ ਰਿਸੋਰਸ ਹੈ। ਠੀਕ ਹੈ, ਜਿੰਨੇ ਵੀ ਕੁਝ ਨੈਚੁਰਲ ਰਿਸੋਰਸਿਸ ਹੁੰਦੇ ਨੇ, ਜਿਵੇਂ ਸੋਇਲ ਹੋ ਗਿਆ, ਵਾਟਰ ਹੋ ਗਿਆ, ਰਿਵਰਸ ਹੋ ਗਈਆਂ। ਠੀਕ ਹੈ, ਇਹ ਸਾਰੇ ਨੈਚੁਰਲ ਰਿਸੋਰਸਿਸ ਨੇ। ਐਂਡ ਮੈਨ ਮੇਡ ਰਿਸੋਰਸ ਵੀ ਹੁੰਦੇ ਆ, ਜਿਵੇਂ ਆਪਾਂ ਆਪਣੇ ਸੁੱਖ ਸੁਵਿਧਾਵਾਂ ਲਈ ਬਣਾਏ ਆ। ਸਪੋਜ਼ ਮੋਬਾਇਲ ਆ, ਉਹ ਇੱਕ ਰਿਸੋਰਸ ਹੈ। ਠੀਕ ਹੈ, ਜਿਵੇਂ ਬੁੱਕ ਹੈ ਉਹ ਤੁਹਾਡੀ ਨੌਲੇਜ ਦਾ ਰਿਸੋਰਸ ਹੈ ਸਿੰਪਲ ਲੈਂਗੁਏਜ ਦੇ ਵਿੱਚ। ਅਸੀਂ ਹੁਣ ਇੱਥੇ ਨੈਚੁਰਲ ਰਿਸੋਰਸਿਸ ਬਾਰੇ ਗੱਲ ਕਰਾਂਗੇ ਕਿ ਨੈਚੁਰਲ ਰਿਸੋਰਸਿਸ ਜਿਹੜੇ ਆ ਉਹਨਾਂ ਦੀ ਮੈਨੇਜਮੈਂਟ ਜਿਹੜੀ ਆ ਉਹ ਕਿਵੇਂ ਕੀਤੀ ਜਾਵੇ। ਠੀਕ ਹੈ, ਉਹਨਾਂ ਨੂੰ ਕਿਵੇਂ ਯੂਜ਼ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਐਕਸਪਲੋਇਟੇਸ਼ਨ ਨਾ ਹੋਏ। ਠੀਕ ਹੈ, ਇਹਦੇ ਵਿੱਚ ਤੁਸੀਂ ਪਹਿਲਾਂ ਸਮਝਣਾ ਹੈ ਕਿ ਨੈਚੁਰਲ ਰਿਸੋਰਸ ਕੀ ਆ। ਜਿੰਨੇ ਵੀ ਕੁਦਰਤੀ ਤੌਰ 'ਤੇ ਕੁਦਰਤੀ ਸਾਧਨ ਜਿੰਨੇ ਵੀ ਸਾਨੂੰ ਮਿਲਦੇ ਆ ਉਹ ਹੁੰਦੇ ਆ ਨੈਚੁਰਲ ਰਿਸੋਰਸ। ਮੈਨ ਮੇਡ ਜਿਹੜੇ ਹਿਊਮਨ ਦੁਆਰਾ ਬਣਾਏ ਜਾਂਦੇ ਆ। ਠੀਕ ਹੈ, ਇਹਨਾਂ ਵਿੱਚੋਂ ਹੁਣ ਅਸੀਂ ਨੈਚੁਰਲ ਰਿਸੋਰਸਿਸ ਬਾਰੇ ਦੇਖਾਂਗੇ ਕਿ ਕਿਵੇਂ ਅਸੀਂ ਉਹਨਾਂ ਨੂੰ ਐਕਸਪਲੋਇਟ ਕਰ ਰਹੇ ਹਾਂ। ਐਕਸਪਲੋਇਟ ਕਰ ਰਹੇ ਹਾਂ ਮਤਲਬ ਉਹਨਾਂ ਦੀ ਓਵਰ ਯੂਜ਼ ਕਰਕੇ, ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਖ਼ਰਾਬ ਕਰ ਰਹੇ ਹਾਂ, ਜਾਂ ਉਹਨਾਂ ਨੂੰ ਇਸ ਸਪੀਡ ਨਾਲ ਯੂਜ਼ ਕਰ ਰਹੇ ਹਾਂ ਕਿ ਉਹ ਆਉਣ ਵਾਲੀਆਂ ਜਨਰੇਸ਼ਨਸ ਲਈ ਖ਼ਤਮ ਹੋ ਜਾਣਗੇ। ਠੀਕ ਹੈ, ਇਹਦੇ ਵਿੱਚ ਹੁਣ ਐਕਸਪਲੋਇਟੇਸ਼ਨ ਦੇ ਵਿੱਚ ਅਸੀਂ ਇੱਥੇ ਐਗਜ਼ਾਮਪਲ ਪੜ੍ਹਾਂਗੇ ਗੰਗਾ ਦੀ। ਠੀਕ ਹੈ, ਜਿਹੜੀ ਗੰਗਾ ਰਿਵਰ ਆ ਦੈਟ ਇਜ਼ ਅ ਸੇਕਰਡ ਰਿਵਰ। ਉਹਦਾ ਜਿਹੜਾ ਉਹਨੂੰ ਇੱਕ ਜਿਹੜੀ ਸਪਿਰਿਚੁਅਲ ਜਿਹੜੀ ਲੈਵਲ 'ਤੇ ਮੰਨਿਆ ਜਾਂਦਾ ਹੈ ਕਿ ਇਹਦਾ ਜਿਹੜਾ ਪਾਣੀ ਆ ਉਹ ਬਹੁਤ ਵਧੀਆ ਹੈ। ਬਟ ਹਿਊਮਨ ਨੇ ਕੀ ਕੀਤਾ ਕਿ ਉੱਥੋਂ ਦੇ ਜਿੱਥੇ ਵੀ ਇਹ ਨਾਰਥ ਏਰੀਆ ਦੇ ਵਿੱਚ, ਜਿੰਨਾ ਵੀ ਨਾਰਥ ਇੰਡੀਆ ਦੇ ਵਿੱਚ ਇਹਦਾ ਹੈਗਾ ਹੈ ਰੀਜਨ, ਉਹਦੇ ਵਿੱਚ ਇਹਦੇ ਕੀ ਕੀਤਾ ਕਿ ਜਿੰਨੀਆਂ ਵੀ ਇੰਡਸਟਰੀਜ਼ ਨੇ ਉਹਨਾਂ ਨੇ ਆਪਣਾ ਐਫਲੂਐਂਟ ਸੁੱਟਤਾ। ਐਫਲੂਐਂਟ ਮਤਲਬ ਜਿੰਨਾ ਵੀ ਇੰਡਸਟਰੀਅਲ ਵੇਸਟ ਆਉਂਦਾ ਆ ਉਹਨਾਂ ਨੇ ਆਪਣਾ ਵੇਸਟ ਗੰਗਾ ਰਿਵਰ ਦੇ ਵਿੱਚ ਸੁੱਟਤਾ। ਉਹਦੇ ਨਾਲ ਕੀ ਹੋਇਆ ਕਿ ਜਿਹੜਾ ਗੰਗਾ ਦਾ ਪਾਣੀ ਆ ਉਹ ਪੋਲਿਊਟ ਹੋ ਗਿਆ। ਠੀਕ ਹੈ, ਇਹ ਕੀ ਹੋਈ ਐਕਸਪਲੋਇਟੇਸ਼ਨ ਆਫ ਨੈਚੁਰਲ ਰਿਸੋਰਸਿਸ। ਗੰਗਾ ਦਾ ਪਾਣੀ ਪੋਲਿਊਟ ਹੋ ਗਿਆ। ਠੀਕ ਹੈ, ਇਹ ਕਿਵੇਂ ਪਤਾ ਚੱਲਿਆ ਕਿ ਪੋਲਿਊਟ ਹੋ ਰਿਹਾ ਜਾਂ ਹਿਊਮਨ ਵੇਸਟ ਉਹਦੇ 'ਚ ਜਾ ਰਹੀ ਆ। ਸਾਡੀ ਇੰਟੈਸਟਾਈਨ ਦੇ ਵਿੱਚ ਕੋਲੀਫਾਰਮ ਬੈਕਟੀਰੀਆ ਹੁੰਦੇ ਆ। ਠੀਕ ਹੈ, ਦੈਟ ਆਰ ਫਰੈਂਡਲੀ ਟੂ ਅਸ। ਜਿਹੜੇ ਕੋਲੀਫਾਰਮ ਬੈਕਟੀਰੀਆ ਨੇ ਉਹ ਸਾਡੀ ਇੰਟੈਸਟਾਈਨ ਦੇ ਵਿੱਚ ਰਹਿੰਦੇ ਆ। ਬਾਅਦ ਵਿੱਚ ਦੇਖਿਆ ਗਿਆ ਕਿ ਜਿਹੜੀ ਗੰਗਾ ਆ ਉਹਦੇ ਵਾਟਰ ਦੇ ਵਿੱਚ ਵੀ ਜਿਹੜਾ ਆ ਉਹ ਕੋਲੀਫਾਰਮ ਬੈਕਟੀਰੀਆ ਪਾਏ ਗਏ, ਐਂਡ ਉਹਨਾਂ ਦਾ ਲੈਵਲ ਡੇ ਬਾਏ ਡੇ ਰਾਈਜ਼ ਹੋ ਰਿਹਾ, ਵਿਚ ਇੰਡੀਕੇਟਸ ਕਿ ਉੱਥੇ ਹਿਊਮਨ ਐਕਸਕ੍ਰੀਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਵੇਸਟ ਜਾ ਰਹੀ ਹੈ ਉਸ ਪਾਣੀ ਦੇ ਵਿੱਚ ਅਤੇ ਐਡ ਹੋ ਰਹੀ ਹੈ। ਫਿਰ ਕੀ ਕੀਤਾ ਗਿਆ ਕਿ ਕਿਉਂਕਿ ਇਹਦੀ ਸੇਕਰਡ ਵੈਲਿਊ ਹੈ, ਇਸ ਕਰਕੇ ਇਹਨੂੰ ਬਚਾਉਣ ਵਾਸਤੇ 1985 ਦੇ ਵਿੱਚ ਗੰਗਾ ਐਕਸ਼ਨ ਪਲਾਨ ਲਾਂਚ ਕੀਤਾ ਗਿਆ, ਜਿਹਦੇ ਕਰਕੇ ਇਸ ਨੂੰ ਸਾਫ਼ ਕਰਨ ਲਈ ਮਤਲਬ ਇਹਦੇ ਵਿੱਚ ਸੀਵੇਜ ਟਰੀਟਮੈਂਟ ਪਲਾਂਟ ਲਗਾਏ ਗਏ ਕਿ ਜਿਹੜਾ ਵੀ ਪਾਣੀ ਇਹਦੇ 'ਚ ਸੁੱਟਣਾ ਆ ਉਹਨਾਂ ਨੂੰ ਪਹਿਲਾਂ ਟਰੀਟ ਕੀਤਾ ਜਾਏ ਅਤੇ ਦੈਨ ਉਹਦੇ ਵਿੱਚ ਸੁੱਟਿਆ ਜਾਏ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਕਿ ਅਸੀਂ ਨੈਚੁਰਲ ਰਿਸੋਰਸਿਸ ਨੂੰ ਜਿਹੜਾ ਆ ਉਹ ਕਿਵੇਂ ਮੈਨੇਜ ਕਰ ਸਕਦੇ ਹਾਂ। ਠੀਕ ਹੈ, ਜਿੰਨੇ ਵੀ ਸਾਡੇ ਨੈਚੁਰਲ ਰਿਸੋਰਸਿਸ ਆ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਅਸੀਂ ਕੀ ਕਰ ਸਕਦੇ ਹਾਂ। ਉਹਦੇ ਵਿੱਚ ਬੇਸਿਕ ਅਸੀਂ 3R ਯੂਜ਼ ਕੀਤੀਆਂ ਜਾਂਦੀਆਂ ਸੀ ਪਹਿਲਾਂ, ਹੁਣ ਅਸੀਂ ਉਹਨੂੰ 4R ਕਵਾਂਗੇ। 3R ਦਾ ਮਤਲਬ ਰਿਡਿਊਸ, ਰੀਯੂਜ਼ ਅਤੇ ਰੀਸਾਈਕਲ। ਠੀਕ ਹੈ, ਰਿਡਿਊਸ, ਰੀਯੂਜ਼ ਐਂਡ ਰੀਸਾਈਕਲ। ਇਹਦੇ ਵਿੱਚ ਕੀ ਆ ਕਿ ਅਸੀਂ ਜਿੰਨੀ ਵੀ ਕੋਈ ਚੀਜ਼ ਆ, ਪਹਿਲਾ ਸਟੈਪ ਰਿਡਿਊਸ ਮਤਲਬ ਘਟਾਉਣਾ, ਕਿ ਉਹਦੀ ਯੂਜ਼ ਘੱਟ ਕਰ ਦਈਏ। ਠੀਕ ਹੈ, ਜਿੰਨੀ ਵੀ ਉਹਦੀ ਨੈਚੁਰਲੀ ਯੂਜ਼ ਹੋ ਰਹੀ ਆ ਉਹਨੂੰ ਘੱਟ ਯੂਜ਼ ਕਰਨਾ ਸ਼ੁਰੂ ਕਰ ਦਈਏ। ਸਪੋਜ਼ ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ, ਜਾਂ ਜਿਵੇਂ ਪੋਲਿਊਸ਼ਨ ਕਾਜ਼ ਕਰਨ ਵਾਲੀ ਪਲਾਸਟਿਕ ਹੋ ਗਈ, ਉਹਨਾਂ ਦਾ ਯੂਜ਼ ਹੀ ਘੱਟ ਕਰ ਦਈਏ। ਠੀਕ ਹੈ, ਇਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਪਬਲਿਕ ਟਰਾਂਸਪੋਰਟ 'ਤੇ ਜਾ ਸਕਦੇ ਹਾਂ। ਸਪੋਜ਼ ਕਿ ਅਸੀਂ ਜੇ ਪੈਟਰੋਲ ਡੀਜ਼ਲ ਦੀ ਗੱਲ ਕਰੀਏ, ਉਹਨੂੰ ਰਿਡਿਊਸ ਕਰਨ ਵਾਸਤੇ, ਉਹਦੀ ਯੂਜ਼ ਘੱਟ ਕਰਨ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਪਬਲਿਕ ਟਰਾਂਸਪੋਰਟ 'ਤੇ ਜਾ ਸਕਦੇ ਹਾਂ। ਠੀਕ ਹੈ, ਜਾਂ ਅਸੀਂ ਜਿੱਥੇ ਪੈਦਲ ਜਾ ਸਕਦੇ ਹਾਂ ਜਾਂ ਨੇੜੇ ਆ ਉੱਥੇ ਜਾ ਸਕਦੇ ਹਾਂ। ਠੀਕ ਹੈ, ਐਂਡ ਜੇ ਅਸੀਂ ਸਪੋਜ਼ ਕਿ ਪਲਾਸਟਿਕ ਦੀ ਗੱਲ ਕਰੀਏ ਤਾਂ ਉੱਥੇ ਅਸੀਂ ਪਲਾਸਟਿਕ ਦੀ ਯੂਜ਼ ਘੱਟ ਕਰ ਸਕਦੇ ਹਾਂ। ਮੰਨ ਲਓ ਤੁਸੀਂ ਪੋਲੀਥੀਨ ਬੈਗ ਯੂਜ਼ ਕਰਦੇ ਆ, ਕੈਰੀ ਬੈਗ ਯੂਜ਼ ਕਰਦੇ ਆ, ਪੋਲੀਥੀਨ ਦੀ ਜਗ੍ਹਾ 'ਤੇ ਜੇ ਤੁਸੀਂ ਕਲੋਥ ਬੈਗ ਯੂਜ਼ ਕਰਦੇ ਹੋ ਜਾਂ ਜੂਟ ਬੈਗ ਯੂਜ਼ ਕਰਦੇ ਹੋ ਤਾਂ ਉਹ ਤੁਸੀਂ ਰਿਡਿਊਸ ਕਰ ਰਹੇ ਹੋ, ਪਹਿਲਾ ਸਟੈਪ। ਦੂਜਾ ਸਟੈਪ ਆ ਰੀਯੂਜ਼, ਮਤਲਬ ਦੁਬਾਰਾ ਵਰਤੋਂ 'ਚ ਲਿਆਂਦਾ ਜਾ ਸਕਦਾ। ਕਿਹੜੀਆਂ ਚੀਜ਼ਾਂ ਨੂੰ ਦੁਬਾਰਾ ਵਰਤੋਂ 'ਚ ਲਿਆ ਸਕਦੇ ਹਾਂ ਅਸੀਂ, ਜਿਹੜੀਆਂ ਸਪੋਜ਼ ਜਿਵੇਂ ਮੰਨ ਲਓ ਕੈਰੀ ਬੈਗ ਆ, ਅਸੀਂ ਇਹ ਨਹੀਂ ਹੈ ਕਿ ਵਨ ਟਾਈਮ ਯੂਜ਼ ਕਰਕੇ ਸੁੱਟਤਾ। ਠੀਕ ਹੈ, ਜਾਂ ਕੋਈ ਹੋ ਗਈਆਂ ਬੋਟਲਸ ਹੋ ਗਈਆਂ ਜਿਹੜੇ, ਜਾਂ ਕੰਟੇਨਰ ਹੋ ਗਏ ਜਾਂ ਜਾਰ ਹੋ ਗਏ, ਉਹਨਾਂ ਨੂੰ ਅਸੀਂ ਇੱਕ ਵਨ ਟਾਈਮ ਯੂਜ਼ ਕਰਕੇ ਸੁੱਟਤਾ। ਇੱਦਾਂ ਨਾ ਕੀਤਾ ਜਾਏ ਅਤੇ ਅਸੀਂ ਉਹਨੂੰ ਰੀਯੂਜ਼ ਕਰ ਲਿਆ, ਮਤਲਬ ਉਹ ਦੁਬਾਰਾ ਸਾਡੀ ਵਰਤੋਂ ਦੇ ਵਿੱਚ ਆ ਗਈ ਨੈਚੁਰਲੀ, ਉਹਨੂੰ ਅਸੀਂ ਕੋਈ ਸਟੈਪ ਉਹਦੇ 'ਚ ਨਹੀਂ ਹੋਰ ਐਡ ਕੀਤਾ।
ਉਹਦੇ ਨਾਲ ਕੀ ਹੋਇਆ ਕਿ ਉਹ ਅਸੀਂ ਜੇ ਉਹਨੂੰ 2 4 5 ਵਾਰ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੋਏਗਾ ਕਿ ਸਾਡੀ ਆਟੋਮੈਟਿਕਲੀ ਉਹਦੀ ਜਿਹੜੀ ਰਿਕੁਆਇਰਮੈਂਟ ਉਹ ਘੱਟ ਜੂਗੀ, ਕਿਉਂਕਿ ਉਹ ਅਸੀਂ ਜਿਹੜੀ ਵੇਸਟ ਆ ਉਹਦੀ ਅਮਾਊਂਟ ਘੱਟ ਜੂਗੀ। ਥਰਡ ਸਟੈਪ ਆ ਗਿਆ ਸਾਡੇ ਕੋਲ ਰੀਸਾਈਕਲ। ਰੀਸਾਈਕਲ ਦੇ ਵਿੱਚ ਮੇਨਲੀ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾਂਦਾ ਹੈ, ਠੀਕ ਹੈ। ਪਲਾਸਟਿਕ ਨੂੰ ਕਿੱਦਾਂ ਕਿ ਜਿਹੜੀਆਂ ਸਪੋਜ਼ ਵਾਟਰ ਬੋਟਲਸ ਹੋ ਗਈਆਂ ਜਿਹੜੀਆਂ 1 ਟਾਈਮ ਯੂਜ਼ ਵਾਲੀਆਂ ਆਉਂਦੀਆਂ, ਉਹਨਾਂ ਨੂੰ ਰੀਸਾਈਕਲ ਕਰਕੇ ਦੁਬਾਰਾ ਉਹਨਾਂ ਤੋਂ ਕੰਟੇਨਰ ਬਣਾਏ ਜਾਂਦੇ, ਉਹਨਾਂ ਨੂੰ ਪਿਘਲਾ ਕੇ ਉਹਦੇ ਨਾਲ ਇੱਕ ਹੋਰ ਜਿਵੇਂ ਟੋਇਜ਼ ਵਾਲੀ ਪਲਾਸਟਿਕ ਯੂਜ਼ ਕੀਤੀ ਜਾਂਦੀ ਆ, ਠੀਕ ਹੈ, ਜਿਹਦੇ ਨਾਲ ਕਿ ਉਹੀ ਸੇਮ ਪ੍ਰੋਡਕਟ ਆ ਉਹਨਾਂ ਨੂੰ ਅਸੀਂ ਯੂਜ਼ ਕਰਕੇ ਫਿਰ ਉਹਦੇ ਤੋਂ ਚੀਜ਼ਾਂ ਬਣਾ ਲਈਆਂ, ਉਹਨੂੰ ਅਸੀਂ ਸੁੱਟਿਆ ਨਹੀਂ, ਇਨਵਾਇਰਮੈਂਟ 'ਚ ਐਡ ਨਹੀਂ ਕੀਤਾ, ਠੀਕ ਹੈ। ਇਸ ਤਰ੍ਹਾਂ ਅਸੀਂ ਆਪਣੇ ਰਿਸੋਰਸਿਸ ਨੂੰ ਮੈਨੇਜ ਕਰ ਲਿਆ। ਜਦੋਂ ਇਹ ਤਿੰਨੇ ਸਟੈਪ ਹੋ ਗਏ ਅਤੇ ਉਹ ਸਾਡੇ ਕੋਲ ਜਿਹੜੀ ਇੱਕ ਚੀਜ਼ ਆਈ ਉਹਨੂੰ ਅਸੀਂ ਕੀ ਕਿਹਾ, ਰਿਕਵਰ ਕਰ ਲਿਆ। ਰਿਕਵਰ ਮਤਲਬ ਅਸੀਂ ਜਿੰਨਾ ਕੁ ਵੀ ਫਾਇਦਾ ਪਹੁੰਚਾ ਸਕਦੇ ਸੀ ਉਨਾ ਕੁ ਫਾਇਦਾ ਅਸੀਂ ਜਿਹੜਾ ਉਹ ਇਸ ਚੀਜ਼ ਦੇ ਨਾਲ ਲੈ ਲਿਆ, ਉਹ ਸਾਡੀ ਕੀ ਆ, ਰਿਕਵਰ ਹੋਣਾ, ਠੀਕ ਹੈ। ਨੈਕਸਟ ਆ ਗਿਆ ਕਿ ਵਾਈ ਡੂ ਵੀ ਮੈਨੇਜ ਰਿਸੋਰਸਿਸ, ਸਾਨੂੰ ਲੋੜ ਕੀ ਪਈ ਹੈ ਇਹਨਾਂ ਰਿਸੋਰਸਿਸ ਨੂੰ ਮੈਨੇਜ ਕਰਨ ਦੀ। ਉਹਦੇ ਵਾਸਤੇ ਆ ਫਸਟ ਕਿ ਅਸੀਂ ਫਿਊਚਰ ਜਨਰੇਸ਼ਨ ਜਿਹੜੀ ਆ ਉਹਨਾਂ ਵਾਸਤੇ, ਕਿਉਂਕਿ ਜੇ ਅਸੀਂ ਮੰਨ ਲਓ ਕਿ ਬਿਨਾਂ ਸੋਚੇ ਸਮਝੇ ਪੈਟਰੋਲ ਡੀਜ਼ਲ ਯੂਜ਼ ਕਰੀ ਜਾ ਰਹੇ ਹਾਂ ਅਤੇ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਉਹ ਖ਼ਤਮ ਹੋ ਜਾਣਗੇ ਪੈਟਰੋਲ, ਕਿਉਂਕਿ ਫੋਸਿਲ ਫਿਊਲ ਉਹ ਇੱਕ ਦਿਨ 'ਚ ਤਾਂ ਬਣੇਗਾ ਨਹੀਂ, ਦੈਟ ਇਜ਼ ਅ ਪ੍ਰੋਸੈਸ ਆਫ ਮਿਲੀਅਨ ਈਅਰਸ, ਠੀਕ ਹੈ। ਹੁਣ ਉਹ ਫਿਊਚਰ ਜਨਰੇਸ਼ਨ ਵਾਸਤੇ ਨਹੀਂ ਬਚੇਗਾ ਅਤੇ ਇਸ ਕਰਕੇ ਸਾਨੂੰ ਇਹ ਵੀ ਮਾਈਂਡ 'ਚ ਰੱਖਣਾ ਪਏਗਾ ਕਿਤੇ ਨਾ ਕਿਤੇ ਕਿ ਉਹ ਇੱਕ ਦਿਨ ਦਾ ਪ੍ਰੋਸੈਸ ਨਹੀਂ ਉਹਦੇ ਬਣਨ ਦਾ ਪ੍ਰੋਸੈਸ ਮਿਲੀਅਨ ਸਾਲਾਂ ਦਾ ਸੀਗਾ। ਇਸ ਕਰਕੇ ਅਸੀਂ ਆਉਣ ਵਾਲੀ ਜਨਰੇਸ਼ਨ ਵਾਸਤੇ ਐਜ਼ ਅ ਸੋਰਸ ਆਫ ਐਨਰਜੀ ਉਹਨੂੰ ਵੀ ਬਚਾ ਕੇ ਰੱਖਣਾ ਹੈ, ਠੀਕ ਹੈ। ਸੈਕਿੰਡ ਕਿ ਜੇ ਅਸੀਂ ਓਵਰ ਯੂਜ਼ ਕਰੀ ਜਾ ਰਹੇ ਹਾਂ, ਉਸ ਚੀਜ਼ ਨੂੰ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਾਂ ਅਤੇ ਉਹਦੇ ਜਿਹੜੇ ਰਿਜ਼ਲਟਸ ਨੇ ਦੈਟ ਆਰ ਵੈਰੀ ਹਾਰਮਫੁਲ। ਮੰਨ ਲਓ ਅਸੀਂ ਪੈਟਰੋਲ ਡੀਜ਼ਲ ਕਿੰਨਾ ਜ਼ਿਆਦਾ ਯੂਜ਼ ਹੋ ਰਿਹਾ, ਉਹਦੇ ਨਾਲ ਕੀ ਆ ਕਿ ਜਿੰਨਾ ਵੀ ਉਹਦੀ ਐਗਜ਼ੌਸਟ ਨਿਕਲਦੀ ਆ, ਵੇਸਟ ਨਿਕਲਦੀ, ਉਹ ਪੋਲਿਊਸ਼ਨ ਕਾਜ਼ ਕਰ ਰਹੀ ਹੈ, ਠੀਕ ਹੈ। ਐਂਡ ਥਰਡ ਆ ਇਕੁਇਟੇਬਲ ਡਿਸਟਰੀਬਿਊਸ਼ਨ। ਇਕੁਇਟੇਬਲ ਡਿਸਟਰੀਬਿਊਸ਼ਨ ਉਹ ਹੁੰਦੀ ਆ ਕਿ ਜਿਹਦੇ ਵਿੱਚ ਇੱਦਾਂ ਦੀ ਕੋਈ ਵੀ ਚੀਜ਼ ਇੰਨੀ ਮਹਿੰਗੀ ਨਾ ਹੋ ਜਾਏ ਕਿ ਉਹ ਸਿਰਫ ਅਮੀਰ ਹੀ ਖਰੀਦ ਸਕਣ, ਠੀਕ ਹੈ, ਕਿ ਉਹੀ ਯੂਜ਼ ਕਰ ਸਕਣ, ਜਿਹੜਾ ਆਮ ਆਦਮੀ ਆ ਜਾਂ ਗਰੀਬ ਆ ਉਹ ਕੋਈ ਖਰੀਦ ਹੀ ਨਾ ਸਕੇ। ਇਸ ਕਰਕੇ ਜੇ ਅਸੀਂ ਮੈਨੇਜਮੈਂਟ ਨਹੀਂ ਕਰਾਂਗੇ ਇਹਨਾਂ ਰਿਸੋਰਸਿਸ ਦੀ, ਮੰਨ ਲਓ ਪੈਟਰੋਲ ਡੀਜ਼ਲ ਬਹੁਤ ਥੋੜ੍ਹਾ ਰਹਿ ਜਾਂਦਾ ਇਨ ਕੇਸ, ਠੀਕ ਹੈ, ਅਤੇ ਉਹ ਇੰਨਾ ਜ਼ਿਆਦਾ ਮਹਿੰਗਾ ਹੋ ਜਾਂਦਾ ਕਿ ਉਹ ਆਮ ਆਦਮੀ ਦੀ ਪਹੁੰਚ 'ਚੋਂ ਬਾਹਰ ਚਲ ਜੇ ਅਤੇ ਉਹ ਫਿਰ ਇਕੁਇਟੇਬਲ ਡਿਸਟਰੀਬਿਊਸ਼ਨ ਨਹੀਂ ਹੋਈ, ਠੀਕ ਹੈ। ਬਟ ਜੇ ਅਸੀਂ ਉਹਦੀ ਮੈਨੇਜਮੈਂਟ ਰੱਖਾਂਗੇ, ਸਾਈਡ ਬਾਏ ਸਾਈਡ ਅਸੀਂ ਦੂਜੇ ਰਿਸੋਰਸਿਸ ਵੱਲ ਧਿਆਨ ਦੇਵਾਂਗੇ। ਮੰਨ ਲਓ ਅਸੀਂ ਕਹੀਏ ਕਿ ਅਸੀਂ ਜਿਹੜੀਆਂ ਇਲੈਕਟ੍ਰੀਕਲ ਕਾਰਜ਼ ਆ ਰਹੀਆਂ ਆ, ਠੀਕ ਹੈ, ਇਲੈਕਟ੍ਰੀਕਲ ਵਹੀਕਲਸ ਆ ਰਹੇ ਅੱਜ ਕੱਲ੍ਹ, ਜਾਂ ਅਸੀਂ ਜਿੱਥੇ ਵੀ ਯੂਜ਼ ਕਰ ਸਕਦੇ ਹਾਂ ਸੋਲਰ ਐਨਰਜੀ ਉਹ ਯੂਜ਼ ਹੋ ਰਹੀ ਆ, ਅਤੇ ਉਹਦੇ ਨਾਲ ਕੀ ਹੋਊਗਾ ਕਿ ਇਹਨਾਂ ਦੀ ਆਟੋਮੈਟਿਕ ਯੂਜ਼ ਘੱਟ ਜੂਗੀ, ਠੀਕ ਹੈ। ਉਹਦੇ ਘਟਣ ਦੇ ਨਾਲ ਕੀ ਹੋਈ, ਉਹ ਇਕੁਇਟੇਬਲ ਡਿਸਟਰੀਬਿਊਸ਼ਨ ਹੋ ਜੂਗੀ ਕਿ ਜਿਹੜਾ ਵੀ ਕੋਈ ਚੀਜ਼ ਹੈ ਉਹ ਗਰੀਬ ਦੀ ਪਹੁੰਚ 'ਚ ਵੀ ਸੇਮ ਹੀ ਆ ਅਤੇ ਅਮੀਰ ਦੀ ਪਹੁੰਚ 'ਚ ਵੀ ਇੱਦਾਂ ਹੀ। ਇਹ ਨਹੀਂ ਹੈ ਕਿ ਜਿਹਦੇ ਕੋਲ ਪੈਸਾ ਹੋਏਗਾ ਉਹੀ ਸਿਰਫ ਜਿਹੜਾ ਉਹਨੂੰ ਖਰੀਦ ਲਏਗਾ, ਠੀਕ ਹੈ। ਨੈਕਸਟ ਅਸੀਂ ਕਰਾਂਗੇ ਫੋਰੈਸਟ ਐਂਡ ਵਾਈਲਡ ਲਾਈਫ।